ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਚੌਪਾਈ ਵਿਖੇ ਭੋਗ ਜੇ ਅਨਕ ਪ੍ਰਕਾਰੇ, ਦੁਖਦ ਸਰੋਗ ਬਿਨਸਵਰ ਸਾਰੇ। ਏਤਤ ਹੀ ਭਵ ਰੂਪ ਨਿਹਾਰੋ, ਬਿਨਾ ਭੋਗ ਸੰਸਾਰ ਅਸਾਰੋ। ਵਾਹਿ ਖਾਲਸਾ ਜੀ ਫਤਿਹ। ਆਪਣੇ 10ਵੇਂ ਅਧਿਆਏ ਦੇ 20 ਛੰਦ ਹੋ ਚੁੱਕੇ ਹੈ। 21ਵਾਂ ਛੰਦ ਸ਼ੁਰੂ ਹੋ ਰਿਹਾ। ਭਰਤਰੀ ਜੀ ਮਹਾਰਾਜ ਸੰਸਾਰ ਦੇ ਭੋਗਾਂ ਨੂੰ ਬਿਨਸਵਰ ਨਾਸਮਾਨ ਦੱਸਣਗੇ। ਸੋ ਆਓ ਸਰਵਣ ਕਰੀਏ। ਚੌਪਾਈ ਵਿਖੇ ਭੋਗ ਜੇ ਅਨਕ ਪ੍ਰਕਾਰੇ, ਕਹਿੰਦੇ ਜਿਹੜੇ ਵਿਸ਼ਿਆਂ ਦੇ ਭੋਗ ਹਨ ਅਨੇਕਾਂ ਪ੍ਰਕਾਰ ਦੇ। ਦੁਖਦ ਸਰੋਗ ਬਿਨਸਵਰ ਸਾਰੇ। ਇੱਕ ਤਾਂ ਦੁੱਖ ਦੇਣ ਵਾਲੇ ਹਨ, ਸਰੋਗ ਰੋਗ ਦੇ ਸਹਿਤ ਹਨ, ਵਿਨਸਵਰ ਨਾਸ ਹੋਣ ਵਾਲੇ ਹਨ। ਯਾਨੀ ਇੱਕ ਤਾਂ ਦੁੱਖ ਦਿੰਦੇ ਨੇ, ਰੋਗ ਦਿੰਦੇ ਨੇ ਤੇ ਨਾਸਮਾਨ, ਇਹ ਵੀ ਨਹੀਂ ਵੀ ਸਦਾ ਰਹਿਣ, ਨਾਸ ਵੀ ਹੋ ਜਾਂਦੇ ਨੇ। ਏਤਤ ਹੀ ਭਵ ਰੂਪ ਨਿਹਾਰੋ। ਇਹ ਜਿਹੜਾ ਸੰਸਾਰ ਹੈ ਨਾ, ਇਹ ਭੋਗ ਰੂਪ ਹੀ। ਏਤਤ ਹੀ ਭਵ ਰੂਪ, ਭਵ ਮੈਨੇ ਸੰਸਾਰ। ਕਹਿੰਦੇ ਸੰਸਾਰ ਦਾ ਜੇ ਰੂਪ ਵੇਖਣਾ ਹੋਵੇ ਤੇ ਭੋਗਾਂ ਤੋਂ ਬਿਨਾਂ ਸੰਸਾਰ ਕੁਝ ਹੈ ਹੀ ਨਹੀਂ। ਹਾਂਜੀ, ਬਿਨਾ ਭੋਗ ਸੰਸਾਰ ਅਸਾਰੋ। ਜੇ ਸੰਸਾਰ 'ਚ ਭੋਗ ਨਹੀਂ ਤੇ ਸੰਸਾਰ ਵੀ ਕੋਈ ਨਹੀਂ। ਹਰ ਵੇਲੇ ਕੁਛ ਨਾ ਕੁਛ ਭੋਗ ਰਿਹਾ ਬੰਦਾ, ਕਦੀ ਸੌਂ ਰਿਹਾ, ਕਦੀ ਜਾਗ ਰਿਹਾ, ਕਦੀ ਖਾ ਰਿਹਾ, ਕਦੀ ਪੀ ਰਿਹਾ। ਪੰਜੇ ਗਿਆਨ ਇੰਦਰੀਆਂ ਦੁਆਰਾ, ਮਨ ਔਰ ਬੁੱਧੀ ਦੁਆਰਾ ਜਿਸ ਨੂੰ ਗ੍ਰਹਿਣ ਕਰ ਰਿਹਾ ਉਹ ਸੰਸਾਰ ਹੈ। ਤੇ ਬਿਨਾਂ ਭੋਗ ਸੰਸਾਰ ਅਸਾਰੋ। ਬਿਨਾਂ ਭੋਗ ਤੋਂ ਸੰਸਾਰ ਹੈ ਹੀ ਕੋਈ ਨਹੀਂ। ਤੋ ਹੱਥ ਤੋ ਕਤ ਹੇਤ ਜਗਤ ਕ੍ਰਿਤ ਅੰਤਰ। ਤੋ ਕਤ ਹੇਤ ਜਗਤ ਕਿਰਤੀ ਅੰਤਰ। ਕਹਿੰਦੇ ਫਿਰ ਕਿਉਂ ਤੁਸੀਂ, ਤੋ ਮੈਨੇ ਤੋਂ ਫਿਰ, ਹਾਂਜੀ, ਤੋ ਕਤ ਹੇਤ ਕਾਹਦੇ ਵਾਸਤੇ ਸੰਸਾਰ ਦੇ ਅੰਦਰ। ਹਾਂਜੀ, ਕੀਟ ਕਪਿਨ ਵਾਤ ਭ੍ਰਮਟ ਨਿਰੰਤਰ। ਤੋ ਕਤ ਹੇਤ ਜਗਤ ਕਿਰਤੀ ਅੰਤਰ, ਕੀਟ ਕਪਨਵਤ ਭਰਮਤ ਨਿਰੰਤਰ। ਤੋ ਕਤ ਮੈਨੇ ਕਹਿੰਦਾ ਫਿਰ ਕਿਉਂ ਤੁਸੀਂ ਜਗਤ ਦੇ ਕੰਮਾਂ ਅੰਦਰ ਕੀੜਿਆਂ ਦੀ ਤਰ੍ਹਾਂ ਜਾਂ ਬਾਂਦਰਾਂ ਦੀ ਤਰ੍ਹਾਂ ਭਟਕ ਰਹੇ ਹੋ। ਜਿਵੇਂ ਕੀੜੇ ਘੁੰਮਦੇ ਰਹਿੰਦੇ ਨੇ ਇੱਧਰ ਉੱਧਰ, ਤੇ ਜੀਵ ਵੀ ਇੱਦਾਂ ਕੀੜੇ ਦੀ ਤਰ੍ਹਾਂ ਕੁਰਬਲ ਕਰਦਾ ਇੱਧਰ ਉੱਧਰ ਭਟਕਦਾ ਰਹਿੰਦਾ। ਤੇ ਬਾਂਦਰ ਵੀ ਇੱਕ ਜਗ੍ਹਾ ਟਿਕ ਕੇ ਨਹੀਂ ਬਹਿੰਦਾ, ਹੈ ਨਾ। ਇੱਦਾਂ ਬਾਂਦਰ ਦੀ ਤਰ੍ਹਾਂ ਤੁਸੀਂ ਭਟਕਦੇ ਰਹਿੰਦੇ ਹੋ ਸੰਸਾਰ ਦੇ ਪਦਾਰਥਾਂ 'ਚ। ਹੇ ਲੋਕੋ ਅਵਲੋਕੋ ਨਾਹੀ। ਹੇ ਲੋਕੋ, ਕਈ ਜਗ੍ਹਾ ਤੇ ਪਾਠ ਰੇ ਲੋਕੋ ਵੀ ਹੈਗਾ ਸ਼ਾਇਦ। ਰੇ ਲੋਕੋ, ਇੱਧਰ ਰੇਲ। ਹਾਂਜੀ, ਇਹ ਆਪਣੇ ਗਿਆਨੀ ਬਿਸ਼ਨ ਸਿੰਘ ਵਾਲੇ ਉੱਤਮ ਸਿੰਘ ਟੀਕੇ, ਇਹਦੇ ਵਿੱਚ ਰੇ ਹੈ। ਤੇ ਇਹ ਦੂਜਾ ਟੀਕਾ ਪੰਡਿਤ ਨਰੈਣ ਸਿੰਘ ਜੀ ਵਾਲਾ, ਇਹਦੇ 'ਚ ਹੇ ਹੈ, ਹੈ ਨਾ। ਰੇ ਹੇ ਲੋਕੋ, ਗੱਲ ਇੱਕੋ ਹੀ ਹੈ। ਗਿਆਨੀ ਭਗਵਾਨ ਸਿੰਘ ਜੀ ਵਾਲਾ ਵੀ ਜਿਹੜਾ, ਉਹਦੇ 'ਚ ਵੀ ਰੇ ਹੈ। ਅਰਥ ਹੈ ਵੀ ਰੇ ਲੋਕੋ ਜਾਂ ਹੇ ਲੋਕੋ ਅਵਲੋਕੋ ਨਾਹੀ। ਤੁਸੀਂ ਵੇਖਦੇ ਕਿਉਂ ਨਹੀਂ ਧਿਆਨ ਨਾਲ। ਸਿਰ ਪਰ ਕਾਲ ਬਾਣ ਕਰ ਮਾਹੀ। ਸਿਰ ਦੇ ਉੱਤੇ ਕਾਲ ਬਲੀ ਜਿਹੜਾ ਬਾਣ ਕਰਮਾ, ਉਹਦੇ ਹੱਥ ਵਿੱਚ ਬਾਣ ਹੈ, ਤੀਰ ਉਹਨੇ ਤਿਆਰ ਕੀਤਾ ਤੁਹਾਨੂੰ ਮਾਰਨ ਵਾਸਤੇ। ਜਦੋਂ ਤੁਹਾਡੇ ਸਵਾਸ ਗਿਣੇ ਗਏ ਉਦੋਂ ਆਪਣਾ ਤੀਰ ਮਾਰ ਦੇਗਾ, ਤੁਹਾਨੂੰ ਖਤਮ ਕਰ ਦੇਗਾ। ਪ੍ਰਾਣ ਹਾਨ ਕਰ ਡਾਰੇ। ਔਰ ਜਦੋਂ ਤੀਰ ਮਾਰੇਗਾ ਕਾਲ ਬਲੀ, ਇੱਕ ਖਿਣ ਵਿੱਚ ਹੀ ਤੁਹਾਡੇ ਪ੍ਰਾਣ ਖਤਮ ਕਰ ਦੇਗਾ। ਬਲੀ ਅਖਿਮੀ ਦਇਆ ਨਹਿ ਧਾਰੇ। ਔਰ ਜਿਹੜਾ ਉਹ ਕਾਲ ਹੈ ਨਾ, ਸਮਾਂ ਜਾਂ ਟਾਈਮ ਜਾਂ ਮੌਤ ਜਾਂ ਕਾਲ ਹੈ ਨਾ, ਬੜਾ ਬਲੀ ਹੈ। ਅਖਿਮੀ, ਖਿਮਾ ਨਹੀਂ, ਮਾਫ ਨਹੀਂ ਕਰਦਾ। ਯਾਨੀ ਉਹਦੇ ਅੱਗੇ ਹੱਥ ਜੋੜੋ ਵੀ ਨਾ ਮਾਰ, ਉਹਦੇ ਦਿਲ ਤਰਸ ਨਹੀਂ ਆਉਂਦਾ। ਬਾਰੇ ਬੁੱਢੇ ਤਰਨੇ ਪਈਆ ਸਭ ਨੂੰ ਜਮ ਲੈ ਜਈ ਹਰੇ। ਬੱਚਿਆਂ ਨੂੰ, ਬੁੱਢਿਆਂ ਨੂੰ, ਸਾਰਿਆਂ ਨੂੰ ਰਗੜ ਦਿੰਦਾ। ਤੇ ਦਇਆ ਨੇ ਧਾਰੇ, ਦਇਆ ਨਹੀਂ ਕਰਦਾ। ਤੁਮ ਨਿਸ ਦਿਨ ਅਗ ਓ ਕਮਾਤੇ। ਤੁਸੀਂ ਦਿਨ ਰਾਤ ਪਾਪ ਕਮਾਉਂਦੇ ਹੋ। ਅਗ ਉਹ ਕਮਾਤੇ, ਅਨੇਕਾਂ ਪ੍ਰਕਾਰ ਦੇ ਤੁਸੀਂ ਭੋਗਾਂ ਵਿੱਚ ਲੱਗੇ ਹੋ, ਪਾਪ ਕਰਦੇ ਹੋ। ਬਲ ਅਬਲ ਆਦ ਸਵਾਦ ਮਦ ਮਾਤੀ। ਬਲ ਕਰਕੇ, ਜ਼ੋਰ ਕਰਕੇ। ਅਬਲਾਦ ਮਤਲਬ ਇਸਤਰੀ ਆਦਿਕ। ਇਸਤਰੀ ਆਦਿਕ ਸਵਾਦਾਂ ਦੇ ਨਸ਼ੇ 'ਚ ਮਸਤ ਹੋਏ ਹੋ, ਉਹਨਾਂ ਦੇ ਸਵਾਦ ਵਿੱਚ ਮਸਤ ਹੋ।
ਜਾਨੂ ਮਨ ਮਰਨੋ ਸਾਚੋ। ਕਹਿੰਦੇ ਮਨ ਚ ਮਰਨਾ ਸੱਚਾ ਜਾਣ ਲਓ, ਜੀਉਣਾ ਝੂਠ ਆ, ਮਰਨਾ ਸੱਚ ਹੈ। ਹਾਂਜੀ, ਸੋ ਕਤ ਹੇਤ ਬ੍ਰਿਥਾ ਭਵ ਰਾਚੋ। ਤੁਹਾਨੂੰ ਪਤਾ ਵੀ ਹੈ ਮਰਨਾ, ਫਿਰ ਕਿਉਂ ਝੂਠੇ ਸੰਸਾਰ ਦੇ ਭੋਗਾਂ ਵਿੱਚ ਬਿਰਥਾ ਹੀ ਰਚੇ ਹੋਏ ਹੋ। ਭਾਂਤ ਭਾਂਤ ਪਵ ਚੇਸ਼ਟ ਕਰਕੇ। ਸੰਸਾਰ ਦੀ ਚੇਸ਼ਟਾ ਭਾਂਤ ਭਾਂਤ ਅਨੇਕਾਂ ਪ੍ਰਕਾਰ ਨਾਲ ਕਰਦੇ ਹੋ। ਜਦੋਂ ਰਜੋਗੁਣੀ ਬਿਰਤੀਆਂ ਹੁੰਦੀਆਂ ਨੇ ਤੁਹਾਡੀਆਂ, ਉਦੋਂ ਤੁਸੀਂ ਕਹਿੰਦੇ ਹੋ ਵੀ ਕੋਠੀਆਂ ਹੋਣ, ਕਾਰਾਂ ਹੋਣ, ਬੰਗਲੇ ਹੋਣ, ਮਾਇਆ ਹੋਵੇ। ਹਾਂਜੀ, ਅਤੇ ਇੱਦਾਂ ਸੰਸਾਰ 'ਚ ਕਈ ਪ੍ਰਕਾਰ ਦੀ ਚੇਸ਼ਟਾ ਕਰ ਕਰਕੇ ਲਹੋ ਕਦਾਚਿਤ ਸ਼ਾਂਤ ਨਾ ਮਰ ਕੇ। ਕਹਿੰਦੇ ਮਰ ਕੇ ਵੀ ਸ਼ਾਂਤੀ ਨਹੀਂ ਹੋਣੀ। ਜੇ ਤੁਸੀਂ ਇਹਨਾਂ ਭਾਵ ਸੰਸਾਰ ਦੀਆਂ ਚੇਸ਼ਟਾਵਾਂ 'ਚ ਲੱਗੇ ਰਹੇ ਤਾਂ ਮਰ ਕੇ ਵੀ ਤੁਹਾਡੀ ਮੁਕਤੀ ਕੋਈ ਨਹੀਂ ਹੋਣੀ। ਹਾਂਜੀ, ਮਮ ਬਚਨਨ ਮਹਤਾਵ ਸ਼ਰਦਾ ਜਬ। ਕਹਿੰਦੇ ਜਦੋਂ ਤੁਹਾਡੀ ਸ਼ਰਧਾ ਮੇਰੇ ਬਚਨਾਂ 'ਚ ਹੋ ਜਾਏਗੀ। ਹਾਂਜੀ, ਦੁਰ ਸੰਕਲਪ ਵਿਕਲਪ ਤਜੋ ਤਬ। ਜੇ ਤੁਹਾਨੂੰ ਮੇਰੇ ਬਚਨਾਂ ਦੇ ਸ਼ਰਧਾ ਹੈ ਨਾ, ਤਾਂ ਮੇਰੀ ਗੱਲ ਮੰਨ ਲਓ ਅਤੇ ਜਿਹੜੇ ਮਾੜੇ ਸੰਕਲਪ ਅਤੇ ਵਿਕਲਪ ਨੇ ਉਹ ਤਿਆਗ ਦਿਓ। ਹਾਂਜੀ, ਆਸਾ ਪਾਸ ਬਹੁਤ ਵਿਦ ਕੀਜੈ। ਆਸਾ ਦੇ ਤ੍ਰਿਸ਼ਨਾ ਜਿਹੜੀਆਂ ਨੇ ਨਾ, ਇਹ ਫਾਹੀ ਰੂਪ ਨੇ। ਹਾਂਜੀ, ਅਤੇ ਇਹ ਬੰਦੇ ਨੂੰ ਫਸਾ ਕੇ ਰੱਖਦੀਆਂ ਨੇ। ਤਾਸ ਨਿਵਾਸ ਨ ਉਰਮੈ ਦੀਜੈ। ਅਤੇ ਇਹ ਆਸਾ ਰੂਪੀ ਫਾਹੀ ਨੂੰ ਆਪਣੇ ਮਨ ਵਿੱਚ ਨਿਵਾਸ ਨਾ ਦਿਓ, ਯਾਨੀ ਬਹੁਤੀ ਸੰਸਾਰ ਦੀ ਆਸਾ ਮਨਸਾ ਤਿਆਗ ਦਿਓ। ਜਿਵੇਂ ਨੌਵੇਂ ਪਾਤਸ਼ਾਹ ਕਹਿੰਦੇ ਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾ। ਇਹ ਆਸਾ ਸੰਸਾਰ ਦੀ ਛੱਡ ਦਿਓ ਵੀ ਸੰਸਾਰ ਸੁੱਖ ਦੇਵੇਗਾ। ਇਹਨੇ ਕਦੀ ਕਿਸੇ ਨੂੰ ਸੁੱਖ ਦਿੱਤਾ ਨਹੀਂ, ਤੁਹਾਨੂੰ ਵੀ ਨਹੀਂ ਦੇਣਾ। ਹਾਂਜੀ, ਰਜੋ ਤਮੋ ਮੇ ਧੀ ਸੋ ਬ੍ਰਿਤੀ ਲਖ। ਰਜੋ ਔਰ ਤਮੋ ਵਿੱਚ ਜਦੋਂ ਬਿਰਤੀ ਲੱਗੀ ਹੁੰਦੀ ਹੈ, ਰਜੋ ਗੁਣ ਦੇ ਵਿੱਚ ਅਤੇ ਤਮੋ ਗੁਣ ਦੇ ਵਿੱਚ। ਹਾਂਜੀ, ਕਰੋ ਤਾਸ ਕੋ ਨਾਸ ਫਾਸ ਲਖ। ਅਤੇ ਉਹ ਉਸ ਵੇਲੇ ਫਾਹੀ ਹੁੰਦੀ ਪਈ। ਜਦੋਂ ਰਜੋ ਗੁਣ 'ਚ ਹੁੰਦਾ ਉਦੋਂ ਵੀ ਫਾਸ ਹੁੰਦੀ ਹੈ। ਉਦੋਂ ਬੰਦੇ ਨੂੰ ਫਾਸ ਹੁੰਦੀ ਹੈ ਲੋਭ ਦੀ, ਮੋਹ ਦੀ, ਵੀ ਚਲੋ ਆਹ ਕੋਠੀਆਂ ਕਾਰਾਂ ਬਣਾਈਏ, ਮਕਾਨ ਬਣਾਈਏ, ਧੀਆਂ ਪੁੱਤਰਾਂ ਨੂੰ ਸੈੱਟ ਕਰੀਏ। ਉਹ ਰਜੋਗੁਣੀ ਬਿਰਤੀ ਹੁੰਦੀ, ਵਧੀਆ ਕੱਪੜੇ ਪਾਈਏ, ਵਧੀਆ ਖਾਣੇ ਖਾਈਏ, ਵਧੀਆ ਚੀਜ਼ਾਂ ਲਈਏ। ਉਹ ਰਜੋਗੁਣੀ ਬਿਰਤੀ ਹੁੰਦੀ ਹੈ। ਅਤੇ ਤਮੋ ਦੇ ਵਿੱਚ ਕੀ ਹੁੰਦਾ, ਚਿੰਤਾ ਫਿਕਰ ਹੁੰਦਾ ਵੀ ਕੀ ਬਣੇਗਾ, ਕੀ ਕਰਾਂਗੇ, ਆਹ ਕੰਮ ਨਾ ਇੱਦਾਂ ਹੋਇਆ ਤਾਂ ਇੱਦਾਂ ਹੋ ਜਾਏਗਾ। ਇਹ ਫਾਹੀਆਂ ਪਈਆਂ ਹੋਈਆਂ ਨੇ, ਉਹਨੂੰ ਤੁਸੀਂ ਫਾਸ ਸਮਝ ਕੇ ਨਾ ਕੱਟ ਦਿਓ। ਰਜੋ ਵਾਲੀ ਬਿਰਤੀ ਨੂੰ ਵੀ, ਤਮੋ ਵਾਲੀ ਬਿਰਤੀ ਨੂੰ ਵੀ। ਅਸਲ ਬਿਰਤੀ ਨੂੰ ਕੱਟਣਾ ਨਾ। ਹਾਂਜੀ, ਨਿਰਮਲ ਸਤੋ ਬਿਰਤ ਸੋ ਮਿਲ ਕਰ। ਜਿਹੜੀ ਸਤੋਗੁਣੀ ਬਿਰਤੀ ਨਿਰਮਲ ਹੈ, ਉਹਦੇ ਵੱਲ ਆਓ। ਕਹਿੰਦੇ ਵੀ ਤਮੋ ਗੁਣ ਨੂੰ ਛੱਡਣ ਲਈ ਰਜੋ ਗੁਣ ਦਾ ਸਹਾਰਾ ਲੈ ਲਈਦਾ, ਅਤੇ ਰਜੋ ਨੂੰ ਛੱਡਣ ਲਈ ਸਤੋ ਚਲੇ ਜੀਦਾ। ਅਤੇ ਸਤੋ ਗੁਣ ਵਿੱਚ ਜਾ ਕੇ ਵੀ ਰਹਿਣ ਟਿਕਣਾ ਨਹੀਂ, ਉਹਦੇ ਨਾਲ ਅਗਲੀ ਪੌੜੀ 'ਤੇ ਚੜ੍ਹਨਾ, ਚੌਥੀ ਪਦਵੀ 'ਤੇ। ਹਾਂਜੀ, ਨਰੋ ਕਰੋ ਤਮ ਮਨ ਨਿਰਮਲ ਤਰ। ਸਤੋਗੁਣ ਦਾ ਇੱਦਾਂ ਫਾਇਦਾ, ਸਤੋਗੁਣੀ ਬਿਰਤੀ ਨਾਲ ਮਨ ਨਿਰਮਲ ਹੋ ਜਾਏਗਾ। ਅੰਤःਕਰਨ ਸ਼ੀਸ਼ਾ ਸਾਫ਼ ਹੋ ਜਾਏ ਨਾ, ਉਹਦੇ 'ਚੋਂ ਮੂੰਹ 'ਚ ਸਫਾਈ ਸਾਫ਼ ਦਿਸਣ ਲੱਗ ਜਾਂਦਾ। ਇੱਦਾਂ ਸਤੋਗੁਣੀ ਬਿਰਤੀ ਨਾਲ ਮਿਲ ਕੇ ਤੁਸੀਂ ਆਪਣੇ ਅੰਦਰ ਆਤਮ ਸਰੂਪ ਨੂੰ ਦੇਖਣ ਜੋਗੇ ਬਣ ਸਕਦੇ ਹੋ। ਮਤਲਬ ਉਹਦਾ ਇੱਕ ਸਟੈਪ ਹੈ, ਉਹ ਪ੍ਰਾਪਤੀ ਨਹੀਂ ਹੈ। ਤਿਆਗਣਾ ਤਾਂ ਸਤੋਗੁਣ ਨੂੰ ਵੀ ਹੈ। ਸਤੋਗੁਣੀ ਵੀ ਮੁਕਤ ਨਹੀਂ ਹੁੰਦਾ, ਮੁਕਤੀ ਉਸ ਤੋਂ ਬਾਅਦ, ਪਰ ਗਿਆਨ ਦੇ ਨੇੜੇ ਹੁੰਦਾ ਸਤੋਗੁਣ। ਇਸ ਕਰਕੇ ਰਜੋ ਤਮੋ, ਪਹਿਲਾਂ ਤਮੋ ਨੂੰ ਛੱਡੋ, ਰਜੋ 'ਚ ਆ ਜਾਓ। ਜਿਵੇਂ ਮੰਨ ਲਓ ਕੋਈ ਬੰਦਾ ਆਲਸੀ ਦਲਿਦਰੀ ਸੁੱਤਾ ਹੁੰਦਾ ਅਤੇ ਉਹਨੂੰ ਉਠਾਈਦਾ, ਚੱਲ ਯਾਰ ਬਾਹਰ ਘੁੰਮ ਫਿਰ ਕੇ ਆਉਂਦੇ, ਕੋਈ ਮੌਜ ਮੇਲਾ ਕਰਦੇ ਹਾਂ, ਉੱਠ ਨਹਾ ਧੋ, ਕੱਪੜੇ ਪਾ ਸਾਫ਼ ਸੁਥਰੇ, ਕਪਾਟੇ 'ਚ ਕੱਪੜੇ ਲਾ ਕੇ, ਚੰਗੇ ਕੱਪੜੇ ਪਾ ਕੇ, ਸੂਟ ਬੂਟ ਕਰਕੇ ਤੋਰ ਲਿਆ, ਯਾਨੀ ਉਹ ਤਮੋ 'ਚੋਂ ਰਜੋ 'ਚ ਆ ਗਿਆ। ਹੁਣ ਅੱਗੇ ਉਹਨੂੰ ਕੋਈ ਸਾਧੂ ਮਿਲ ਜਾਊ, ਕਹਿੰਦਾ ਚੱਲ ਆਪਾਂ ਗੁਰਦੁਆਰੇ ਚੱਲੀਏ, ਕਥਾ ਸੁਣੀਏ, ਕੀਰਤਨ ਸੁਣੀਏ, ਫਿਰ ਉਹ ਸਤੋ 'ਚ ਆ ਗਿਆ। ਸਤੋ 'ਚੋਂ ਅੱਗੇ ਫਿਰ ਆਤਮ ਗਿਆਨ ਵੱਲ ਜਾਣ ਦਾ ਰਾਹ ਬਣ ਗਿਆ। ਇਸ ਕਰਕੇ ਤੁਸੀਂ ਸਤੋਗੁਣੀ ਬਿਰਤੀ ਧਾਰਨ ਕਰੋ। ਐਸੇ ਵਿਸਦ ਚਿੱਤ ਕੋ ਲੋਕੋ। ਹੇ ਲੋਕੋ, ਹੇ ਭਾਈ, ਇਹੋ ਜਿਹਾ ਜਦੋਂ ਨਿਰਮਲ ਚਿੱਤ ਹੋ ਜਾਏ, ਯਾਨੀ ਅੰਤःਕਰਨ ਸਤੋਗੁਣ ਨਾਲ ਸ਼ੁੱਧ ਹੋ ਜਾਏ, ਹਾਂਜੀ, ਸਮਯਕ ਨਿਜ ਸਰੂਪ ਮਹਿ ਰੋਕੋ। ਉਹਨੂੰ ਸਮਯਕ ਭਲੀ ਪ੍ਰਕਾਰ ਨਾਲ ਚੰਗੀ ਤਰ੍ਹਾਂ ਆਪਣੇ ਸਰੂਪ 'ਚ ਰੋਕ ਕੇ ਰੱਖੋ, ਵੀ ਉਹ ਬਿਰਤੀ ਬਾਹਰ ਮੁਖੀ ਨਾ ਹੋਵੇ, ਇੱਧਰ ਉੱਧਰ ਨਾ ਭਟਕੇ। ਹਾਂਜੀ, ਚਿਤ ਚੇਤਨ ਬਿਬ ਨਿਰਮਲ ਤਾਂ ਤੇ। ਚਿੱਤ ਚੇਤਨ, ਚਿੱਤ ਜਿਹੜਾ ਸਾਡਾ ਚਿੱਤ ਹੈ, ਇਹਨੂੰ ਨਾ ਚਿੱਤ ਬਿਰਤੀਆਂ,
ਤੇ ਚੇਤਨ ਯਾਨੀ ਭਗਵਾਨ, ਉਹ ਭਗਵਾਨ ਦੇ ਤਿੰਨ ਜਿਹੜੇ ਨੇ ਵਿਸ਼ੇਸ਼ਣ ਮੰਨਦੇ, ਸੱਤ ਚੇਤਨ ਆਨੰਦ ਹੈ ਨਾ। ਪਰਮਾਤਮਾ ਜਿਹੜਾ ਆਤਮ ਸਰੂਪ ਹੈ, ਚੇਤਨ ਹੈ, ਬ੍ਰਹਮ ਚੇਤਨ ਹੈ। ਚੇਤਨ ਹੁੰਦਾ ਜਿਹੜਾ ਆਪਣੇ ਆਪ ਨੂੰ ਵੀ ਜਾਣੇ ਔਰ ਦੂਏ ਨੂੰ ਵੀ ਜਾਣੇ। ਸਾਡਾ ਚਿੱਤ ਵੀ ਜਿਹੜਾ ਉਹ ਚੇਤਨ ਹੀ ਹੈ ਨਾ। ਚਿੱਤ ਚੇਤਨ ਬਿਬ, ਚਿੱਤ ਤੇ ਚੇਤਨ, ਚਿੱਤ ਸਾਡਾ ਚਿੱਤ ਜੀਵ ਦਾ, ਤੇ ਚੇਤਨ ਬ੍ਰਹਮ ਦਾ ਸਰੂਪ, ਇਹ ਦੋਵੇਂ ਹੀ ਨਿਰਮਲ ਨੇ ਤਾਂ ਤੇ ਇਸ ਕਰਕੇ, ਭਵਤ ਅਭੇਦ ਸਜਾਤੀ ਜਾਂਤੇ। ਕਿਉਂਕਿ ਸਜਾਤੀ ਹੋਣ ਕਰਕੇ ਇੱਕ ਹੋ ਜਾਂਦੇ ਨੇ। ਸਜਾਤੀ ਚੀਜ਼ ਇੱਕ ਹੋ ਜਾਂਦੀ ਹੈ, ਵਿਜਾਤੀ ਨਹੀਂ ਹੁੰਦੀ। ਸਮਝ ਆ ਗਈ ਨਾ। ਜਿਵੇਂ ਮਤਲਬ ਦੁੱਧ 'ਚ ਦੁੱਧ ਪਾਇਆ ਕਿ ਮੇਰੇ ਜਲ ਮੈਂ ਜਲ ਕਾ ਜਲ ਹੁਆ ਰਾਮ ਹੈ ਨਾ। ਤਰਲ ਪਦਾਰਥ ਤਰਲ 'ਚ ਰਲ ਜਾਂਦਾ। ਦੁੱਧ ਪਾਣੀ ਮਤਲਬ ਤਰਲ ਹੋਣ ਕਰਕੇ ਰਲ ਜਾਂਦੇ ਨੇ, ਜਾਂ ਪਾਣੀ 'ਚ ਤਰਲ ਹੋਣ ਕਰਕੇ ਰਲ ਜਾਂਦਾ। ਇਸ ਕਰਕੇ ਚੇਤਨ ਸਾਡਾ ਆਤਮ ਸਰੂਪ ਵੀ ਚੇਤਨ ਹੈ ਤੇ ਪਰਮਾਤਮਾ ਸਰੂਪ ਵੀ ਚੇਤਨ ਹੈ। ਇਹ ਫਿਰ ਇਹਨਾਂ ਨੂੰ ਇੱਕ ਕਰਨ ਦੀ ਕੋਸ਼ਿਸ਼ ਕਰੋ। ਹਾਂਜੀ, ਭੇਦ ਸਜਾਤੀ ਪੁਨਾ ਵਿਜਾਤੀ। ਕਹਿੰਦੇ ਆਤਮਾ ਦਾ ਸਰੂਪ ਕੀ ਹੈ ਤਾਂ ਦੱਸਦੇ ਨੇ, ਕਹਿੰਦੇ ਵੀ ਇਹ ਤਿੰਨ ਤਰ੍ਹਾਂ ਦੇ ਭੇਦ ਹੁੰਦੇ ਨੇ। ਇੱਕ ਸਜਾਤੀ ਭੇਦ ਹੁੰਦਾ, ਜੈਸੇ ਇੱਕ ਘੋੜਾ ਇੱਕ ਜਾਤੀ ਹੈ, ਪਰ ਇੱਕ ਘੋੜਾ ਦੂਜੇ ਘੋੜੇ ਤੋਂ ਵੱਖਰਾ ਹੈ। ਬ੍ਰਾਹਮਣ ਇੱਕ ਜਾਤੀ ਹੈ, ਇੱਕ ਬ੍ਰਾਹਮਣ ਦੂਸਰੇ ਬ੍ਰਾਹਮਣ ਤੋਂ ਵੱਖਰਾ ਹੈ। ਘੜਾ ਦੂਸਰੇ ਘੜੇ ਤੋਂ ਵੱਖਰਾ ਹੈ। ਸਜਾਤੀ ਭੇਦ ਹੈ ਤਾਂ ਜਾਤ ਤਾਂ ਇੱਕੋ ਹੀ ਹੈ, ਪਰ ਉਹ ਦੋ ਚੀਜ਼ਾਂ, ਉਹਨੂੰ ਸਜਾਤੀ ਭੇਦ ਕਹਿੰਦੇ। ਵਿਜਾਤੀ ਕਹਿੰਦੇ ਉਲਟਾ ਹੋਣਾ, ਜਿਵੇਂ ਘੋੜਾ ਤੇ ਮਤਲਬ ਕੁੱਤਾ, ਉਹ ਵਿਜਾਤੀ ਭੇਦ ਹੋ ਗਿਆ। ਜਾਂ ਕਿੱਕਰ ਦੇ ਟਾਹਲੀ ਦਾ ਵਿਜਾਤੀ ਭੇਦ ਹੋ ਗਿਆ ਨਾ। ਬੰਦੇ ਦਾ ਤੇ ਮਤਲਬ ਕੁੱਤੇ ਦਾ, ਪਸ਼ੂ ਦਾ ਵਿਜਾਤੀ ਭੇਦ ਹੋ ਗਿਆ। ਹਾਂਜੀ ਹਾਂਜੀ। ਸੁਗਤ ਤ੍ਰਿਭੇਦ, ਸੁਗਤ ਤ੍ਰਿਭੇਦ ਅਤੀਤ ਅਜਾਤੀ। ਤੀਜਾ ਸੁਗਤ ਭੇਦ ਹੁੰਦਾ, ਸਵਗਤ ਭੇਦ। ਸਵੈਗਤ ਹੁੰਦਾ ਆਪਣੇ ਅੰਦਰ। ਸਾਡੇ ਸਰੀਰ ਦੇ ਅੰਦਰ ਹੱਥ ਦੀ ਉਂਗਲਾਂ ਲੰਮੀਆਂ, ਪੈਰ ਦੀਆਂ ਛੋਟੀਆਂ, ਗੋਡੇ ਦੀ ਸ਼ਕਲ ਹੋਰ, ਮੋਢੇ ਦੀ ਹੋਰ, ਕੰਨ ਦੀ ਹੋਰ, ਅੱਖਾਂ ਦੀ ਹੋਰ। ਹਾਂਜੀ, ਅੱਖਾਂ ਨੂੰ ਕੰਨ ਵਰਗਾ ਨਹੀਂ ਕਹਿ ਸਕਦੇ, ਕੰਨਾਂ ਨੂੰ ਨੱਕ ਵਰਗਾ ਨਹੀਂ ਕਹਿ ਸਕਦੇ। ਇਹ ਸਵੈਗਤ ਹੈ ਤਾਂ ਸਾਡੇ ਸਰੀਰ ਦੇ ਅੰਦਰ ਹੀ ਹੈ, ਪਰ ਉਹ ਸਵੈਗਤ ਅਸਵੈ ਨੇ ਆਪਣੇ, ਗਤ ਨੇ ਅੰਦਰ ਵਰਤਣ ਵਾਲਾ, ਉਹਨੂੰ ਕਹਿੰਦੇ ਨੇ ਸਵੈਗਤ ਭੇਦ। ਕਹਿੰਦੇ ਸਜਾਤੀ ਭੇਦ, ਆਤਮਾ ਦਾ ਸਜਾਤੀ ਕੋਈ ਦੂਜਾ ਆਤਮਾ ਨਹੀਂ ਹੈ। ਹਾਂਜੀ, ਯਾਨੀ ਆਤਮਾ ਵਰਗੀ, ਪਰਮਾਤਮਾ ਵਰਗੀ ਦੂਸਰੀ ਕੋਈ ਹੋਰ ਆਤਮਾ ਨਹੀਂ ਹੈਗੀ, ਇੱਕੋ ਹੀ ਹੈ। ਵਿਜਾਤੀ ਵੀ ਕੋਈ ਨਹੀਂ, ਯਾਨੀ ਆਤਮਾ ਦੇ ਉਲਟ ਹੋਰ ਕੋਈ ਤੱਤ ਹੋਵੇ, ਉਹ ਵੀ ਨਹੀਂ ਹੈਗਾ। ਅਤੇ ਆਤਮਾ ਦੇ ਅੰਦਰ ਵੀ ਕੋਈ ਭੇਦ ਨਹੀਂ ਗਾ। ਆਤਮਾ ਦੀਆਂ ਉਂਗਲਾਂ, ਹੱਥ, ਪੈਰ, ਕੰਨ, ਨੱਕ ਲੰਮੇ, ਛੋਟੇ, ਮੋਟੇ, ਕਾਲੇ, ਗੋਰੇ ਨਹੀਂ ਹੈਗੇ। ਹਾਂਜੀ, ਅਤੀਤ ਅਜਾਤੀ, ਕਹਿੰਦੇ ਸਾਰਿਆਂ ਤੋਂ ਅਤੀਤ, ਤਿੰਨਾਂ ਭੇਦਾਂ ਤੋਂ ਤ੍ਰਿਭੇਦ ਅਤੀਤ। ਤਿੰਨਾਂ ਭੇਦਾਂ ਤੋਂ ਅਤੀਤ। ਅਜਾਤੀ, ਜਾਤ ਤੋਂ ਰਹਿਤ ਹੈ। ਅਤੇ ਦੂਜਾ ਜਾਤੀ ਦਾ ਅਰਥ ਹੁੰਦਾ ਬਈ ਜੰਮਿਆ ਨਹੀਂ, ਜਾਤ ਮੈਨੇ ਜੰਮਣਾ। ਅਜਾਤ ਹੈ, ਯਾਨੀ ਜੰਮਿਆ ਕੋਈ ਨਹੀਂ। ਹਾਂਜੀ, ਤਾਂ ਤੇ ਤਾਮੋ ਬਿਰਤ ਸਜਾਤੀ। ਇਸ ਕਰਕੇ ਜਿਹੜੀ ਤੁਹਾਡੀ ਬਿਰਤੀ ਹੈ ਨਾ ਚੇਤਨ, ਉਹ ਸਜਾਤੀ ਬਿਰਤੀ ਹੈ। ਯਾਨੀ ਉਹ ਪਰਮਾਤਮਾ ਚੇਤਨ ਹੈ, ਤੁਸੀਂ ਵੀ ਚੇਤਨ ਸਰੂਪ ਹੋ। ਹਾਂ, ਅਰਪੋ ਜਨ ਤੁਮੂ ਦਿਨ ਰਾਤੀ। ਤੁਸੀਂ ਆਪਣੀ ਬਿਰਤੀ ਜਿਹੜੀ ਹੈ, ਚੇਤਨ ਬਿਰਤੀ ਨੂੰ ਪਰਮਾਤਮਾ ਚੇਤਨ ਵਿੱਚ ਲਾਓ ਕਰੋ। ਪਰਮੇਸ਼ਰ ਦਾ ਚਿੰਤਨ ਆਪਣੇ ਚਿੱਤ 'ਚ ਕਰੋ। ਹਾਂਜੀ, ਚੌਪਾਈ ਜੀਵ ਈਸ ਕੋ ਭੇਦ ਨਾ ਭੋਰਾ। ਫਿਰ ਤੁਹਾਨੂੰ ਪਤਾ ਲੱਗੇਗਾ ਜਦੋਂ ਤੁਹਾਡੀ ਬਿਰਤੀ ਇਕਾਗਰ ਹੋਊਗੀ, ਤਮੋ ਰਜੋ ਸਤੋ ਤੋਂ ਟੱਪ ਕੇ ਜਦੋਂ ਜੀਵ ਆਪਣੇ ਆਤਮ ਨਿਰਮਲ ਸਰੂਪ ਨੂੰ ਦੇਖਦਾ, ਉਦੋਂ ਉਹਨੂੰ ਪਤਾ ਲੱਗਦਾ ਵੀ ਜੀਵ ਔਰ ਈਸ਼ 'ਚ ਕੋਈ ਭੇਦ ਨਹੀਂ। ਜੀਵ ਈਸ਼ ਮੈਂ ਭੇਦ ਨਾ ਲਈ ਹੈ। ਉਹਨਾਂ ਚਿਰ ਭੇਦ ਲੱਗਦਾ ਬ੍ਰਹਮ ਕੋਈ ਹੋਰ ਹੈ, ਮੈਂ ਕੋਈ ਹੋਰ ਹਾਂ, ਜਿੰਨਾ ਚਿਰ ਬੰਦਾ ਤਮੋ ਰਜੋ 'ਚ ਫਸਿਆ ਹੋਇਆ। ਹਾਂਜੀ, ਜਾਹੇ ਮਿਲੇ ਪੁਨ ਨਾਹੇ ਵਿਛੋਰਾ। ਜਿਸ ਨੂੰ ਮਿਲ ਕੇ ਫਿਰ ਵਿਛੋੜਾ ਨਹੀਂ ਹੁੰਦਾ। ਜਦੋਂ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀ ਆਰਾਮ, ਫਿਰ ਕੋਈ ਭੇਦ ਨਹੀਂ ਰਹਿੰਦਾ। ਹਾਂਜੀ, ਸਕਲ ਕਾਮਨਾ ਤਿਆਗ ਅਧੀਨੋ। ਕਹਿੰਦੇ ਇਹ ਜਿਹੜਾ ਵਿੱਚ ਮਿਲਾਪ ਹੈ ਨਾ ਜੀਵ ਈਸ਼ ਦਾ, ਇਹ ਕਿਹਦੇ ਅਧੀਨ ਹੈ? ਕਹਿੰਦੇ ਸਾਰੀ ਕਾਮਨਾ ਦਾ ਤਿਆਗ ਇਹਦੇ ਅਧੀਨ ਹੈ।
ਇਹ ਸਾਰੀ ਕਾਮਨਾ ਦਾ ਤਿਆਗ ਕਰ ਦਿਓਗੇ ਤੇ ਉਹ ਤੁਹਾਨੂੰ ਪ੍ਰਮਾਤਮਾ ਦਾ ਮਿਲਾਪ ਆਤਮਾ ਦਾ ਇੱਕ ਹੋ ਜਾਏਗਾ। ਕਾਮਨਾ ਜਿੰਨਾ ਚਿਰ ਨਹੀਂ ਤਿਆਗਦੇ ਉਹਨਾਂ ਚਿਰ ਤੁਹਾਡਾ ਇਹ ਮਿਲਾਪ ਨਹੀਂ ਹੁੰਦਾ। ਯਾਨੀ ਇਹ ਮਿਲਾਪ ਹੁੰਦਾ ਤਾਂ ਹੈਗਾ, ਪਰ ਇਹ ਕਿਹੜੀ ਚੀਜ਼ ਦੇ ਅਧੀਨ ਹੈ? ਉਹ ਕਹਿੰਦੇ ਨੇ ਸਕਲ ਕਾਮਨਾ ਤਿਆਗ, ਸਾਰੀਆਂ ਕਾਮਨਾ ਦਾ ਤਿਆਗ ਕਰ ਦਿਓ, ਉਹਦੇ ਅਧੀਨ ਇਹ ਮਿਲਾਪ ਹੈ। ਸਰਬ ਇੱਛਾ ਤਜ ਤਾ ਕੋ ਚੀਨੋ, ਸਾਰੀ ਇੱਛਾ ਛੱਡ ਕੇ ਤੁਸੀਂ ਉਹਨੂੰ ਵੇਖ ਲਓ। ਚੀਨੋ ਮੈਂ ਨਾ ਵੇਖ ਲਓ। ਹਾਂਜੀ, ਯਾ ਤਨ ਮਾਹੇ ਨਿਜਾਤਮ ਸੁਖ ਕੋ, ਇਸ ਸਰੀਰ ਦੇ ਵਿੱਚ ਨਿਜਾਤਮ ਆਪਣੀ ਆਤਮਾ ਦੇ ਸੁੱਖ ਨੂੰ ਅਨੁਭਵ ਕਰੋ ਹਰੋ ਭਵ ਦੁਖ ਕੋ, ਅਨੁਭਵ ਕਰ ਲਓ। ਹਰੋ ਭਵ ਦੁੱਖ, ਸੰਸਾਰ ਦੇ ਜਿਹੜੇ ਦੁੱਖ ਨੇ ਉਹਨਾਂ ਨੂੰ ਹਰ ਲਓ। ਭਾਵ ਜਦੋਂ ਆਤਮਾ ਨੂੰ ਅਨੁਭਵ ਕਰ ਲਓਗੇ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਨਾ ਕੁਛ ਜਨਮ ਹੈ ਨਾ ਕੁਛ ਮਰੈ, ਆਪਨ ਚਲਤ ਆਪ ਹੀ ਕਰੈ। ਫਿਰ ਜਦੋਂ ਕੋਈ ਦੂਸਰਾ ਹੈ ਹੀ ਨਹੀਂ ਤਾਂ ਦੁੱਖ ਕਾਹਦਾ ਹੋਇਆ? ਸਾਰੇ ਦੁੱਖ ਕੱਟੇ ਜਾਣਗੇ। ਸੰਸਾਰ ਹੈ ਹੀ ਨਹੀਂ ਤੇ ਸੰਸਾਰ ਦਾ ਦੁੱਖ ਵੀ ਕੋਈ ਨਹੀਂ। ਹਾਂਜੀ, ਮੋਰ ਕੀ ਰਾਮਉ ਤੋਰ ਸਨੇਹਾ, ਮੇਰੀ ਬਾਣੀ ਜੇ ਤੇਰਾ ਪ੍ਰੇਮ ਹੋ ਜੇ। ਗਿਰਾ ਮੈਨੇ ਬਾਣੀ, ਮੋਹ ਮੈਨੇ ਵਿੱਚ, ਤੋਰ ਮੈਨੇ ਤੇਰਾ, ਸਨੇਹ ਮੈਨੇ ਪ੍ਰੇਮ। ਜੇ ਤੇਰਾ ਮੇਰੀ ਬਾਣੀ ਜਿਸ ਪ੍ਰੇਮ ਹੈ ਤਾਂ ਹਾਂਜੀ ਧਰੋ ਤਬੇ ਤੁਮ ਮਮ ਮਤ ਏਹਾ, ਤਾਂ ਇਹਨੂੰ ਤੁਸੀਂ ਆਪਣੇ ਹਿਰਦੇ 'ਚ ਧਾਰਨ ਕਰ ਲਓ। ਮੇਰੀ ਇਹ ਮਤ ਜੋ ਹੈ, ਸਿੱਖਿਆ ਜਿਹੜੀ ਹੈ। ਦੋਹਰਾ ਵਿਖਮ ਦੁਖ ਦਿਖਣ ਭੰਗ ਮੈਂ, ਭੋਗ ਰੂਪ ਸੰਸਾਰ। ਇਹ ਜਿਹੜਾ ਸੰਸਾਰ ਭੋਗ ਰੂਪ ਹੈ ਵਿਖਮ, ਯਾਨੀ ਇਹ ਇੱਕ ਜਿਹਾ ਨਹੀਂ ਰਹਿੰਦਾ ਹੈ ਨਾ, ਉੱਚਾ ਨੀਵਾਂ, ਦੁੱਖ ਦਾ ਦੁੱਖ ਦੇਣ ਵਾਲਾ ਖਿਨ ਭੰਗਰ ਹੈ, ਇੱਕ ਮਿੰਟ 'ਚ ਖਤਮ ਹੋ ਜਾਂਦਾ ਸੰਸਾਰ ਜਿਹੜਾ ਭੋਗ ਰੂਪ ਹੈ। ਤਾ ਕੋ ਵਿਦ ਸੰਸਾਰ ਸਮ, ਕੋ ਵਿਦ ਦੇਤ ਨਿਵਾਰ। ਨਹੀਂ, ਤਾ ਕੋ ਵਿਦ ਸੰਸਾਰ ਸਮ, ਤਾ ਕੋ ਮੈਨੂੰ ਉਸਨੂੰ ਜਿਹੜਾ ਵਿਖਮ ਹੈ, ਦੁੱਖ ਦਾ ਖਿਨ ਭੰਗਰ ਹੈ, ਭੋਗ ਰੂਪ ਹੈ, ਉਹਨੂੰ ਜਾਣ ਕੇ। ਸੰਸਾਰ ਸਮ, ਸੰਸਾਰ ਕਹਿੰਦੇ ਨੇ ਪਾਣੀ ਵਿੱਚ ਇੱਕ ਜੀਵ ਹੁੰਦਾ ਮਗਰਮੱਛ, ਜਿਵੇਂ ਉਹਨੂੰ ਵੀ ਸੰਸਾਰ ਕਹਿ ਦਿੰਦੇ ਨੇ, ਘੜਿਆਲ, ਨਿਹੰਗ, ਸੰਸਾਰ ਕਹਿੰਦੇ। ਉਹ ਤਾਂ ਕੋ ਵਿਦ ਸੰਸਾਰ ਸਮ, ਇਹ ਜਿਹੜਾ ਸੰਸਾਰ ਭੋਗ ਰੂਪ ਹੈ, ਦੁਖਦਾਈ ਹੈ, ਵਿਸ਼ਮ ਹੈ, ਖਿੰਡ ਭੰਗਰ ਹੈ, ਇਹਨੂੰ ਤੁਸੀਂ ਮਗਰਮੱਛ ਦੀ ਤਰ੍ਹਾਂ ਜਾਣ ਲਓ। ਜਿਵੇਂ ਮਗਰਮੱਛ ਦੇ ਜਬਾੜੇ 'ਚ ਫਸ ਜੇ ਉਹ ਸੁਖੀ ਨਹੀਂ ਹੋ ਸਕਦਾ। ਸੰਸਾਰ ਦੇ ਵਿੱਚ ਫਸਿਆ ਹੋਇਆ ਵੀ ਜੀਵ ਸੁਖੀ ਨਹੀਂ। ਇੱਥੇ ਸੰਸਾਰ ਜਿਹੜਾ 2 ਵਾਰੀ ਆਇਆ ਨਾ, ਇਸ ਕਰਕੇ ਯਮਕ ਅਲੰਕਾਰ, ਪਹਿਲਾ ਉਹਦਾ ਅਰਥ ਸੰਸਾਰ ਦਾ ਸੰਸਾਰ ਦੁਨੀਆ, ਦੂਸਰੇ ਸੰਸਾਰ ਦਾ ਅਰਥ ਉਹ ਮਗਰਮੱਛ ਜਾਂ ਜਲ ਜੀਵ ਹੈ ਨਾ। ਕੋਵਿਦ, ਕੋਵਿਦ ਕਹਿੰਦੇ ਨੇ ਵਿਦਵਾਨ ਨੂੰ। ਕੋਵਿਦ ਪਹਿਲਾਂ ਤਾ ਕੋ ਵਿਦ, ਜੇ ਲੜੀਵਾਰ ਹੋਵੇ ਪਾਠ ਤਾਂ ਫਿਰ ਤਾ ਕੋਵਿਦ ਸੰਸਾਰ ਸਮ, ਕੋਵਿਦ ਦੇਤ ਨਿਵਾਰ, ਇੱਦਾਂ ਪੜ੍ਹਿਆ ਜਾਂਦਾ। ਪਰ ਜੇ ਉਹਨੂੰ ਸਿਆਣਾ ਬੰਦਾ ਪੜ੍ਹੇਗਾ ਤਾਂ ਇੱਦਾਂ ਪੜ੍ਹੇਗਾ, ਤਾ ਕੋ ਵਿਦ ਸੰਸਾਰ ਸਮ, ਕੋਵਿਦ ਦੇਤ ਨਿਵਾਰ। ਪਹਿਲਾਂ ਬੀੜਾਂ ਲੜੀਵਾਰ ਹੁੰਦੀਆਂ ਸੀ ਤੇ ਫਿਰ ਵਿਦਵਾਨ ਇੱਦਾਂ ਪੜ੍ਹਾਉਂਦੇ ਸੀ। ਅਤੇ ਇਹ ਪੰਡਿਤ ਹਰਦਿਆਲ ਜੀ ਦੀ ਵਿੱਦਿਆ, ਉਹਨਾਂ ਦੀ ਕਾਵ ਦੀ ਕਲਾ, ਤੁਸੀਂ ਉਹਦੇ ਵਿੱਚ ਵੀ ਦੇਖਿਆ ਹੋਣਾ, ਸਾਗਤਾਵਲੀ 'ਚ ਵੀ। ਹਾਂਜੀ, ਜਬ ਹੋ ਬੁੱਧਵਾਨ ਪੁਮਾਨ ਭਵਾਨ, ਜਬ ਹੋ ਬੁੱਧਮਾਨ ਪੁਮਾਨ ਭਵਾਨ। ਹਾਂਜੀ, ਜੇ ਤੁਸੀਂ ਬੁੱਧੀਮਾਨ ਪੁਰਸ਼ ਹੋ, ਪੁਮਾਨ ਮੈਨੇ ਪੁਰਸ਼, ਭਵਾਨ ਮੈਨੇ ਸੰਸਾਰ ਦੇ ਵਿੱਚ ਹੁਣ ਵਰਤਮਾਨ ਸਮੇਂ ਵਿੱਚ ਨਾ, ਭਗਵਾਨ ਦਾ ਅਰਥ ਇਹ ਪੁਰਸ਼ੋ ਜੇਕਰ ਤੁਸੀਂ ਆਪ ਬੁੱਧਵਾਨ ਹੋ। ਆਪ, ਹਾਂ, ਭਗਵਾਨ ਦਾ ਅਰਥ ਹੁੰਦਾ ਆਪ। ਜੇ ਆਪ ਤੁਸੀਂ ਬੁੱਧੀਮਾਨ ਹੋ, ਜਬ ਹੋ ਬੁੱਧੀਮਾਨ ਭਵਾਨ ਪੁਮਾਨ ਭਵਾਨ। ਇਹ ਪੰਡਿਤ ਨਰਾਇਣ ਸਿੰਘ ਜੀ ਵਾਲੇ ਟੀਕੇ 'ਚ ਇਹ ਪੁਮਾਨ ਭਵਾਨ ਪਾਠ ਰਹਿ ਗਿਆ, ਦੂਸਰਿਆਂ ਟੀਕਿਆਂ 'ਚ ਮਿਲ ਰਿਹਾ ਹੈ ਨਾ। ਉਹ ਗਲਤੀ ਛਾਪਣ ਵਾਲਿਆਂ ਦੀ, ਕਿਉਂਕਿ ਉਹ ਬਸ ਉੱਦਾਂ ਹੀ ਜਿਹਨਾਂ ਨੇ ਕੰਪਿਊਟਰਾਈਜ਼ ਕੀਤਾ ਉਹਨਾਂ ਨੇ ਵੀ ਉੱਦਾਂ ਹੀ ਗਲਤੀ ਕਰਤਾ ਇਸ ਕਾਪੀ ਤੋਂ। ਜਬ ਹੋ ਬੁੱਧੀਮਾਨ ਪੁਮਾਨ ਭਵਾਨ, ਜਦੋਂ ਤੁਸੀਂ ਬੁੱਧੀਮਾਨ ਪੁਰਸ਼ ਹੋ ਆਪ ਜੀ, ਤਬੀ ਤਤ ਬ੍ਰਹਮ ਕੋ ਧਿਆਨ ਕਰੋ, ਤਾਂ ਫਿਰ ਤੁਸੀਂ ਤਤ ਬ੍ਰਹਮ ਦਾ ਧਿਆਨ ਕਰੋ, ਜਿਹੜਾ ਹਰ ਵੇਲੇ ਪ੍ਰਕਾਸ਼ ਰੂਪ ਹੈ, ਸਤ ਚੇਤਨ ਆਨੰਦ ਸਰੂਪ ਹੈ,
ਸਦਾ ਸੱਚਿਦਾਨੰਦ ਸਤਿੰਗ ਪੁਰਨਾਸੀ ਕਰੀ ਮੁਲਕ ਨਿੰਦਾ ਸਮਸਤੁਲ ਨਿਵਾਸੀ, ਉਸ ਰੂਪ ਦਾ ਤੁਸੀਂ ਧਿਆਨ ਕਰੋ। ਜੋ ਅਨੰਤ ਵਿਕਾਸ ਪਰੰ ਅਜਰੰ, ਜੋ ਅਨੰਤ ਹੈ, ਅੰਤ ਤੋਂ ਰਹਿਤ ਹੈ, ਜਿਹਦਾ ਅੰਤ ਨਹੀਂ ਕੋਈ। ਕੋਈ ਮਤਲਬ ਪਾਰਾਵਾਰ ਹੀ ਨਹੀਂ ਹੈਗਾ। ਵਿਕਾਸ ਪ੍ਰਕਾਸ਼ ਰੂਪ ਹੈ, ਪਰੰ ਪਰੇ ਤੋਂ ਪਰੇ ਵਿਆਪਕ ਹੈ। ਤਤ ਲਾਭ ਤੇ ਆਨੰਦ ਲਾਭ ਕਰੋ, ਉਸ ਦੀ ਪ੍ਰਾਪਤੀ ਤੋਂ ਵੱਡੀ ਕੋਈ ਪ੍ਰਾਪਤੀ ਨਹੀਂ। ਇਸ ਕਰਕੇ ਨਾ ਬ੍ਰਹਮ ਗਿਆਨ ਸਭ ਦਾਨ ਨੇ। ਜੇ ਬ੍ਰਹਮ ਗਿਆਨ ਦਾ ਦਾਨ ਕੋਈ ਦੇ ਰਿਹਾ ਤਾਂ ਉਹਨੂੰ ਵੱਡਾ ਕੋਈ ਦਾਨ ਨਹੀਂ ਗੁਰੂ ਨਾਨਕ ਹੀ ਦੇ ਸਕਦਾ ਹੈ ਨਾ, ਗੁਰੂ ਹੀ ਦਿੰਦਾ ਪੂਰਾ। ਤੇ ਇਸ ਕਰਕੇ ਤਤ ਲਾਭ ਧਿਆਨ ਨਾਲ ਲਾਭ ਪਰੋ, ਉਸ ਤੋਂ ਵੱਡਾ ਹੋਰ ਕੋਈ ਲਾਭ ਨਹੀਂ। ਹਾਂਜੀ ਰੁਚ ਹੇਤ ਵਿਪਸ਼ਚਿਤ ਕੇ ਚਿਤ ਕੋ, ਹਾਂ ਕਹਿੰਦੇ ਸਿਆਣੇ ਵਿਪਿਸ਼ਚਿਤ ਨੇ, ਵਿਦਵਾਨ ਪੁਰਸ਼ ਜਿਹੜੇ ਸਿਆਣੇ ਵਿਦਵਾਨ ਨੇ, ਉਹਨਾਂ ਦੇ ਰੁਚੀ ਵਾਸਤੇ, ਉਹਨਾਂ ਦੀ ਪ੍ਰੀਤੀ ਦੇ ਵਾਸਤੇ। ਹਾਂ ਪਵ ਭੋਗ ਕਦਾਚਿਤ ਹੈ ਸਗਰੋ, ਕਦਾਚਿਤ ਕਹਿੰਦੇ ਭਾਵੇਂ ਸੰਸਾਰ ਦੇ ਸਾਰੇ ਭੋਗ ਮੌਜੂਦ ਨੇ, ਸੰਸਾਰ ਦੇ ਸਾਰੇ ਭੋਗ ਵਿਦਵਾਨ ਵਾਸਤੇ ਹੈਗੇ ਨੇ, ਇਸਤਰੀ ਧਨ ਦੌਲਤ ਸਭ ਕੁਛ ਉਹਦੇ ਕੋਲ ਹੈਗਾ। ਹਾਂਜੀ ਜਨ ਨੀਚ ਕਰੇ ਰਤ ਬੀਚ ਇਨੇ, ਪਰ ਕਹਿੰਦੇ ਉਹ ਸੰਸਾਰ ਪੁਰਸ਼ ਜਿਹੜੇ ਸਿਆਣੇ ਪੁਰਸ਼ ਨੇ ਉਹ ਇਹਨਾਂ 'ਚ ਪ੍ਰੀਤ ਨਹੀਂ ਕਰਦੇ। ਹਾਂਜੀ ਕਿਉਂ? ਉਹ ਜਾਣਦੇ ਨੇ ਵੀ ਇਹ ਰਹਿਣ ਵਾਲੀ ਚੀਜ਼ਾਂ ਨਹੀਂ ਹੈਗੀਆਂ ਸੰਸਾਰ ਦੇ ਭੋਗ ਜਿਹੜੇ ਨੇ। ਜਨ ਨੀਚ ਕਰੇ ਰਤ ਬੀਚ ਨੇ, ਜਿਹੜੇ ਨੀਵੀਂ ਬਿਰਤੀਆਂ ਵਾਲੇ ਲੋਕ ਨੇ ਉਹ ਇਹਨਾਂ ਸੰਸਾਰ ਦੇ ਭੋਗਾਂ 'ਚ ਪ੍ਰੀਤ ਕਰਦੇ ਨੇ। ਅਗ ਤਗ ਵਿਖੇ ਇਤਨੋ ਅੰਤਰੋ, ਅੱਗ ਔਰ ਤਗ ਵਿੱਚ ਇੰਨਾ ਅੰਤਰ ਹੈ। ਅੱਗ ਮੇਰੇ ਅਗਿਆਨੀ, ਤਗ ਮੈਨੇ ਤਤ ਗਿਆਨੀ। ਜਿਹੜਾ ਅਗਿਆਨੀ ਹੈ ਉਹ ਇਹਨਾਂ ਦੇ ਵਿੱਚ ਪ੍ਰੀਤੀ ਕਰਦਾ, ਜਿਹੜਾ ਸਿਆਣਾ ਤਤਵੇਤਾ ਹੈ ਉਹ ਇਹਨਾਂ ਭੋਗਾਂ ਦੇ ਵਿੱਚ ਪ੍ਰੀਤੀ ਨਹੀਂ ਕਰਦਾ। ਉਹ ਇਹ ਸਮਝਦਾ ਵੀ ਇਹ ਤਾਂ ਨਾਸਮਾਨ ਹੋਣਾ, ਸੌਦਾ ਖਤਮ ਹੋਣ ਵਾਲਾ। ਇਤਨੋ ਅੰਤਰੋ, ਇਤਨਾ ਫਰਕ ਹੈ ਗਿਆਨੀ ਵਿੱਚ ਅਗਿਆਨੀ ਵਿੱਚ। ਉੱਦਾਂ ਸੰਸਾਰੀ ਲੋਕ ਕਈ ਪੁੱਛਦੇ ਵੀ ਨਹੀਂ ਨਾ ਵੀ ਗਿਆਨੀ ਵਿੱਚ ਤੇ ਅਗਿਆਨੀ 'ਚ ਕੀ ਫਰਕ ਹੈ। ਤਾਂ ਉਹ ਇਹ ਫਰਕ ਦੱਸਦੇ ਆ ਵੀ ਉਹ ਇਹਨਾਂ ਨੂੰ ਸੰਸਾਰ ਦੇ ਭੋਗਾਂ ਨੂੰ ਅਗਿਆਨੀ ਸੱਚਾ ਸਮਝਦਾ ਤੇ ਗਿਆਨੀ ਇਹਨਾਂ ਨੂੰ ਝੂਠਾ ਸਮਝਦਾ। ਟੋਟਕ ਛੰਤ ਜੜ ਰੂਪ ਸਭੇ ਤਨ ਆਨ ਜਿਤੇ, ਹਾਂ ਹੁਣ ਹੋਰ ਨਿਰਣਾ ਕਰ ਰਹੇ ਜੜ ਚੇਤਨ ਦਾ। ਹਾਂਜੀ ਉਹ ਪਹਿਲਾਂ ਉਹਨੂੰ ਗੱਲ ਕੀਤੀ ਸੀ ਨਾ ਵੀ ਸਤ ਚੇਤਨ ਆਨੰਦ ਆਦਿ ਜਿਹੜੇ ਵਿਸ਼ੇਸ਼ਣ ਨੇ ਨਾ, ਤੇ ਉਹਦਾ ਹੁਣ ਹੌਲੇ ਹੌਲੇ ਸਾਰਾ ਦੱਸ ਰਹੇ ਆ। ਉਹ ਕਹਿੰਦੇ ਵੀ ਜੜ ਰੂਪ ਸਭੀ ਤਨ ਆਣ ਜਿੱਤੇ। ਇੱਕ ਮਨੁੱਖ ਦੇ ਸਰੀਰ ਨੂੰ ਛੱਡ ਕੇ 84 ਲੱਖ ਜੂਨਾਂ ਦੇ ਜਿਹੜੇ ਬਾਕੀ ਸਰੀਰ ਨੇ ਉਹ ਸਾਰੇ ਜੜ ਰੂਪ ਹੀ ਨੇ। ਲੱਗਦੇ ਤੇ ਤੁਰਦੇ ਫਿਰਦੇ ਨੇ ਆਤਮਾ ਦੀ ਸੱਤਾ ਕਰਕੇ, ਪਰ ਬੁੱਧੀ ਚੇਤਨ ਗਿਆਨ ਤੋਂ ਹੀ ਨੇ। ਉਹ ਵਿਚਾਰੇ ਪਸ਼ੂ ਹੈ ਨਾ, ਜਿਵੇਂ ਕੁੱਤੇ ਬਿੱਲੇ ਕਾਂ ਇੱਲਾਂ ਸੱਪ ਸਲੂੰਗੇ ਕੀੜੇ ਮਕੌੜੇ ਜਿੰਨੇ ਜਾਨਵਰ ਨੇ ਪਸ਼ੂ ਪੰਛੀ ਨੇ ਉਹ ਜੜ ਰੂਪ ਹੀ ਸਮਝ ਲਓ। ਜਿਨ ਬੈਨਾ ਸੁਭ ਅਸੁਭ ਗਿਆਨ ਕਿਤੇ, ਜਿਨ ਮੈਂ ਨਾ ਸ਼ੁਭ ਅਸ਼ੁਭ ਗਿਆਨ ਕਿਤੇ। ਸ਼ੁਭ ਅਸ਼ੁਭ ਜਿਨ ਮੈਂ ਨਾ ਸ਼ੁਭ ਅਸ਼ੁਭ ਗਿਆਨ, ਇੱਦਾਂ ਪੜ੍ਹਨਾ ਨਾ, ਜਿਹਨਾਂ ਵਿੱਚ ਚੰਗੇ ਔਰ ਮਾੜੇ ਦਾ ਗਿਆਨ ਕਿਤੇ ਨਹੀਂ ਹੈਗਾ। ਆਤਮ ਗਿਆਨ ਲੈਣਾ, ਮੁਕਤੀ ਲੈਣੀ ਹੈ, 84 ਕੱਟਣੀ ਹੈ, ਇਹ ਵਿਚਾਰੇ ਪਸ਼ੂਆਂ ਪੰਛੀਆਂ ਨੂੰ ਪਤਾ ਨਹੀਂ ਹੈਗਾ। ਹਾਂਜੀ ਚਿਦ ਏਕ ਲਖੋ ਨਰ ਕੇ ਤਨ ਕੋ, ਇੱਕ ਬੰਦੇ ਦੇ ਸਰੀਰ ਨੂੰ ਚੇਤਨ ਸਮਝ ਲਓ, ਕਿਉਂਕਿ ਇਹ ਮੁਕਤੀ ਦਾ ਸਾਧਨ ਕਰ ਸਕਦਾ ਹੈ ਨਾ। ਜਿਸ ਮਾਹੇ ਲਖੇ ਸਤ ਚੇਤਨ ਕੋ, ਕਿਉਂਕਿ ਇਹਦੇ ਵਿੱਚ ਸਤ ਚੇਤਨ ਦਾ ਗਿਆਨ ਲਖੇ ਮੈਨੇ ਜਾਣਿਆ ਜਾ ਸਕਦਾ। ਦੂਸਰਿਆਂ ਨੂੰ ਕਥਾ ਸੁਣਨ ਦਾ, ਬ੍ਰਹਮ ਗਿਆਨ ਦਾ, ਆਤਮ ਗਿਆਨ ਲੈਣ ਦਾ ਮੌਕਾ ਨਹੀਂ ਮਿਲਦਾ। ਸੁਖ ਰੂਪ